ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਪੰਜਾਬੀ ਪੇਪਰ ਏ ਦਾ ਪਾਰਟ 3 ਲੈ ਕੇ ਹਾਜ਼ਰ ਹੋਏ ਹਾਂ। ਇਹਨਾਂ ਪਾਰਟਸ ਦੇ ਵਿੱਚ ਆਪਾਂ ਵਿਆਕਰਨ ਦੇ ਕੁਐਸਚਨ ਡਿਸਕਸ ਕਰ ਰਹੇ ਹਾਂ। ਤਾਂ ਅੱਜ ਦੇ ਪਾਰਟ ਦੇ ਵਿੱਚ ਵੀ ਆਪਾਂ ਵਿਆਕਰਨ ਦੇ ਬਹੁਤ ਇੰਪੋਰਟੈਂਟ ਕੁਐਸਚਨ ਡਿਸਕਸ ਕਰਾਂਗੇ, ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ। ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ 2 ਪਾਰਟ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਬਹੁਤ ਇੰਪੋਰਟੈਂਟ ਵਿਆਕਰਨ ਦੇ ਕੁਐਸਚਨ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੋਲਿਟੀ, ਮੈਡੀਵਲ ਹਿਸਟਰੀ, ਮਾਡਰਨ ਹਿਸਟਰੀ, ਜੋਗਰਾਫੀ, ਪੰਜਾਬ ਜੀਕੇ ਅਤੇ CDP ਇਹਨਾਂ ਦੀਆਂ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਪੰਜਾਬੀ ਪੇਪਰ ਏ ਜੋ ਕਿ ਤੁਹਾਡਾ 100 ਨੰਬਰ ਦਾ ਪੇਪਰ ਹੈ, ਜਿਹਦੇ ਵਿੱਚੋਂ ਤੁਸੀਂ 50% ਨੰਬਰ ਲੈਣੇ ਨੇ, ਯਾਨੀ ਕਿ 50 ਨੰਬਰ ਲੈਣੇ ਤੁਹਾਡੇ ਲਈ ਬਹੁਤ ਜ਼ਰੂਰੀ ਨੇ। ਫਿਰ ਹੀ ਤੁਹਾਡਾ ਜਿਹੜਾ ਮੇਨ ਐਗਜ਼ਾਮ ਹੈ ਉਹ ਚੈੱਕ ਹੋਊਗਾ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ। ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ, ਅਨੋਖਾ ਸ਼ਬਦ ਦਾ ਵਿਰੋਧੀ ਸ਼ਬਦ ਕਿਹੜਾ ਹੈ? ਅਲੌਕਿਕ, ਸਧਾਰਨ, ਅਦਭੁਤ ਜਾਂ ਅਣਜਾਣ। ਠੀਕ ਹੈ ਜੀ। ਤਾਂ ਵਿਰੋਧੀ ਸ਼ਬਦ, ਲਿੰਗ ਪੁਲਿੰਗ, ਵਚਨ, ਠੀਕ ਹੈ ਜੀ, ਇਹ ਸਾਰੀਆਂ ਚੀਜ਼ਾਂ ਤੁਸੀਂ ਕਵਰ ਕਰਕੇ ਜਾਣੀਆਂ। ਇਹ ਤੁਹਾਨੂੰ ਪੁੱਛੀਆਂ ਜਾਣਗੀਆਂ ਪੰਜਾਬੀ ਦੇ ਫਸਟ ਪੇਪਰ ਦੇ ਵਿੱਚ, ਜਿਹੜਾ ਆਪਣਾ ਏ ਪੇਪਰ ਹੋਣਾ। ਤਾਂ ਇਹ ਤੁਸੀਂ ਸਾਰੇ ਕਵਰ ਕਰਕੇ ਜਾਇਓ। ਇਹ ਤੁਹਾਨੂੰ ਸਿਰਫ ਪੰਜਾਬੀ ਪੇਪਰ ਏ ਦੇ ਵਿੱਚ ਹੀ ਨਹੀਂ, ਸਗੋਂ ਜਿਹੜਾ ਤੁਹਾਡਾ ਮੇਨ ਐਗਜ਼ਾਮ ਹੋਣਾ ਉਹਦੇ ਵਿੱਚ ਵੀ ਪੁੱਛੇ ਜਾਣਗੇ। ਤਾਂ ਇਹਦੇ ਵਿੱਚ ਤੁਹਾਡਾ ਡਬਲ ਫਾਇਦਾ, ਠੀਕ ਹੈ ਜੀ। ਤਾਂ ਇਹ ਸਾਰੀਆਂ ਸੀਰੀਜ਼ ਤੁਸੀਂ ਲਗਾਇਓ, ਤੁਹਾਨੂੰ ਹਰ ਇੱਕ ਐਗਜ਼ਾਮ ਦੇ ਵਿੱਚ ਇਹ ਬਹੁਤ ਫਾਇਦਾ ਦੇਣਗੀਆਂ। ਤਾਂ ਅਨੋਖਾ ਸ਼ਬਦ ਦਾ ਵਿਰੋਧੀ ਸ਼ਬਦ ਕਿਹੜਾ ਹੈ? ਠੀਕ ਹੈ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਆਪਾਂ ਨੂੰ ਯਾਨੀ ਕਿ ਇਹ ਕੁਐਸਚਨ ਜਿਹੜਾ ਪੁੱਛ ਰਹੇ ਨੇ ਉਹ ਪੁੱਛ ਕੀ ਰਹੇ ਨੇ, ਕੁਐਸਚਨ ਨੂੰ ਪੂਰੇ ਧਿਆਨ ਨਾਲ ਪੜ੍ਹੋ। ਠੀਕ ਹੈ ਜੀ। ਇਹ ਵਿਰੋਧੀ ਸ਼ਬਦ ਆਪਾਂ ਨੂੰ ਪੁੱਛ ਰਹੇ ਨੇ ਕਿ ਵਿਰੋਧੀ ਸ਼ਬਦ ਕਿਹੜਾ ਹੈ। ਠੀਕ ਹੈ ਜੀ। ਤਾਂ ਜੇਕਰ ਸਮਾਨਾਰਥਕ ਪੁੱਛਿਆ ਜਾਵੇ ਤਾਂ ਅਲੌਕਿਕ, ਅਦਭੁਤ, ਠੀਕ ਹੈ ਜੀ, ਇਹ ਇਹਦੇ ਸਮਾਨਾਰਥਕ ਨੇ। ਤਾਂ ਇਹਦਾ ਵਿਰੋਧੀ ਸ਼ਬਦ ਪੁੱਛਿਆ ਯਾਨੀ ਕਿ ਇਹਦੇ ਆਪੋਜ਼ਿਟ, ਤਾਂ ਉਹ ਹੈ ਸਧਾਰਨ। ਠੀਕ ਹੈ ਜੀ। ਅਲੌਕਿਕ ਹੁੰਦਾ, ਅਨੋਖਾ ਅਲੌਕਿਕ ਵੀ ਹੁੰਦਾ, ਅਦਭੁਤ ਵੀ ਹੁੰਦਾ, ਉਹਨੂੰ ਆਪਾਂ ਅਨੋਖਾ ਕਹਿੰਦੇ ਹੁੰਦੇ ਹਾਂ। ਤਾਂ ਬਟ ਜਿਹੜਾ ਸਧਾਰਨ ਹੈ ਇਹ ਇਹਦਾ ਵਿਰੋਧੀ ਸ਼ਬਦ ਹੈ। ਇਹ ਤੁਸੀਂ ਧਿਆਨ ਨਾਲ ਪੂਰੇ ਕੌਨਸਨਟਰੇਟ ਹੋ ਕੇ ਇਹਦਾ ਆਨਸਰ ਦੇਣਾ ਹੈ। ਠੀਕ ਹੈ ਜੀ। ਤਾਂ ਆਨਸਰ ਨੰਬਰ 2 ਆਊਗਾ ਇਹਦਾ, ਸਧਾਰਨ ਇਹਦਾ ਆਨਸਰ ਆਊਗਾ। ਠੀਕ ਹੈ ਜੀ। ਅਗਲਾ ਆਪਣਾ ਜਿਹੜਾ ਕੁਐਸਚਨ ਹੈ, ਰੋਸ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ? ਨਾਰਾਜ਼ਗੀ, ਖੁਸ਼, ਗੁੱਸਾ ਜਾਂ ਲੜਨਾ। ਤਾਂ ਰੋਸ ਸ਼ਬਦ ਦਾ ਸਮਾਨਾਰਥਕ ਸ਼ਬਦ ਇੱਥੇ ਆਪਾਂ ਨੂੰ ਪੁੱਛਿਆ। ਠੀਕ ਹੈ ਜੀ। ਇਹ ਵੀ ਤੁਸੀਂ ਯਾਦ ਰੱਖਣਾ, ਪੁੱਛਿਆ ਕੀ ਹੈ? ਤਾਂ ਇਹ ਪੁੱਛਿਆ ਆਪਾਂ ਨੂੰ ਸਮਾਨਾਰਥਕ, ਯਾਨੀ ਕਿ ਜਿਹਦਾ ਅਰਥ ਇਹਦੇ ਸਮਾਨ ਨਿਕਲਦਾ ਹੋਵੇ, ਇਹਦਾ ਸੇਮ ਮਤਲਬ ਰੋਸ ਦੇ ਨਾਲ ਮਿਲਦਾ ਜੁਲਦਾ ਆਪਾਂ ਸ਼ਬਦ ਦੱਸਣਾ। ਤਾਂ ਰੋਸ ਹੁੰਦਾ ਆਪਣੀ ਨਾਰਾਜ਼ਗੀ। ਠੀਕ ਹੈ ਜੀ। ਨਾਰਾਜ਼ਗੀ ਦਾ ਐਗਜ਼ੈਕਟ ਮੀਨਿੰਗ ਹੈ ਰੋਸ ਦਾ। ਠੀਕ ਹੈ ਜੀ। ਤਾਂ ਸਮਾਨਾਰਥਕ ਸ਼ਬਦ ਹੈ। ਤਾਂ ਜਿਵੇਂ ਗੁੱਸਾ, ਲੜਨਾ, ਇਹਦੇ ਵਿੱਚੋਂ ਵੀ ਕਈ ਸਟੂਡੈਂਟ ਟਿਕ ਲਗਾ ਕੇ ਆਉਣਗੇ, ਬਟ ਇਹਦਾ ਜਿਹੜਾ ਐਗਜ਼ੈਕਟ ਆਨਸਰ ਬਣਦਾ ਉਹ ਬਣਦਾ ਨਾਰਾਜ਼ਗੀ। ਠੀਕ ਹੈ ਜੀ। ਰੋਸ ਸ਼ਬਦ ਦਾ ਸਮਾਨਾਰਥਕ ਸ਼ਬਦ ਇਹਨਾਂ ਨੇ ਪੁੱਛਿਆ। ਜੇ ਤੁਹਾਨੂੰ ਆਪੋਜ਼ਿਟ ਪੁੱਛਦੇ ਤਾਂ ਖੁਸ਼ ਆਉਣਾ ਸੀ। ਠੀਕ ਹੈ ਜੀ। ਖੁਸ਼ ਜਾਂ ਇਹੋ ਜਿਹਾ ਕੋਈ ਹੋਰ ਸ਼ਬਦ ਇਹਨਾਂ ਨੇ ਰੱਖਿਆ ਹੁੰਦਾ ਆਪਸ਼ਨ ਦੇ ਵਿੱਚ। ਤਾਂ ਰੋਸ ਸ਼ਬਦ ਦਾ ਜਿਹੜਾ ਸਮਾਨਾਰਥਕ ਹੈ ਉਹ ਹੈ ਨਾਰਾਜ਼ਗੀ। ਠੀਕ ਹੈ ਜੀ। ਤੁਸੀਂ ਯਾਦ ਰੱਖਣਾ। ਤਾਂ ਆਨਸਰ ਨੰਬਰ 1 ਆਊਗਾ ਇਹਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਹੀ ਲਿੰਗ ਜੋੜ ਦੀ ਪਹਿਚਾਣ ਕਰੋ। ਭੂਆ ਭਾਣਜਾ, ਚਾਚੀ ਭਾਣਜੀ, ਚਾਚਾ ਭਾਣਜਾ ਜਾਂ ਮਾਮਾ ਭਾਣਜਾ। ਠੀਕ ਹੈ ਜੀ। ਤਾਂ ਜੇਕਰ ਤੁਹਾਨੂੰ ਇਹ ਰਿਸ਼ਤਿਆਂ ਬਾਰੇ ਪਤਾ ਹੈ ਤਾਂ ਤੁਸੀਂ ਐਗਜ਼ੈਕਟ ਆਨਸਰ ਤੁਹਾਨੂੰ ਪਤਾ ਹੋਵੇਗਾ। ਅਦਰਵਾਈਜ਼ ਤੁਸੀਂ ਇਹ ਕੁਐਸਚਨ ਇਹੋ ਜਿਹੇ ਗਲਤ ਕਰ ਸਕਦੇ ਹੋ। ਤਾਂ ਇਹਨਾਂ ਦੀ ਤੁਸੀਂ ਪ੍ਰੈਕਟਿਸ ਜ਼ਰੂਰ ਕਰਕੇ ਜਾਇਓ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਪਣੇ ਰਿਸ਼ਤੇ ਆ ਜਿਹੜੇ ਪੰਜਾਬ ਦੇ ਵਿੱਚ ਆਪਾਂ ਆਮ ਹੀ ਆਪਾਂ ਮਤਲਬ ਇਹ ਆਪਾਂ ਦੇਖਦੇ ਹਾਂ, ਸੁਣਦੇ ਹਾਂ ਇਹਨਾਂ ਬਾਰੇ। ਠੀਕ ਹੈ ਜੀ। ਤਾਂ ਸਹੀ ਲਿੰਗ ਜੋੜ ਦੀ ਪਹਿਚਾਣ ਕਰਨੀ ਹੈ ਤੁਸੀਂ। ਤਾਂ ਇਹਦਾ ਜਿਹੜਾ ਐਗਜ਼ੈਕਟ ਆਨਸਰ ਬਣਦਾ, ਸਹੀ ਆਨਸਰ ਬਣਦਾ, ਉਹ ਹੈ ਆਨਸਰ ਨੰਬਰ 4, ਮਾਮਾ ਭਾਣਜਾ। ਆਪਾਂ ਅਕਸਰ ਹੀ ਸੁਣਦੇ ਹਾਂ ਮਾਮਾ ਭਾਣਜਾ। ਠੀਕ ਹੈ ਜੀ। ਭੂਆ ਦੇ ਨਾਲ ਭਤੀਜਾ ਹੁੰਦਾ, ਚਾਚੀ ਦੇ ਨਾਲ ਭਤੀਜੀ ਹੁੰਦੀ ਹੈ, ਚਾਚੇ ਦੇ ਨਾਲ ਵੀ ਭਤੀਜਾ ਹੁੰਦਾ। ਠੀਕ ਹੈ ਜੀ। ਤਾਂ ਬਟ ਮਾਮੇ ਦੇ ਨਾਲ ਕੀ ਹੁੰਦਾ? ਭਾਣਜਾ। ਤਾਂ ਇਹ ਤੁਸੀਂ ਇਹੋ ਜਿਹੇ ਕੁਐਸਚਨ ਹੈ ਜਿਹੜੇ ਤੁਹਾਨੂੰ ਪੁੱਛੇ ਜਾਣਗੇ ਡਾਇਰੈਕਟ। ਤਾਂ ਆਨਸਰ ਨੰਬਰ 4 ਆਊਗਾ ਇਹਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਗਲਤ ਸਮਾਨਾਰਥਕ ਸ਼ਬਦ ਜੋੜ ਦੀ ਚੋਣ ਕਰੋ। ਧੁੱਪ ਚਾਨਣ, ਖੁਸ਼ ਹੱਸਣਾ, ਦੁਖੀ ਗਾਉਣਾ, ਕੰਮ ਮਿਹਨਤ। ਠੀਕ ਹੈ ਜੀ। ਤਾਂ ਇਹੋ ਜਿਹੇ ਤੁਹਾਨੂੰ ਪੁੱਛੇ ਜਾਣਗੇ ਕੁਐਸਚਨ, ਤੁਸੀਂ ਬਿਲਕੁਲ ਕਨਫਿਊਜ਼ ਹੋ ਜਾਓਗੇ। ਤਾਂ ਇਹ ਤਾਂ ਤੁਸੀਂ ਪੂਰੇ ਧਿਆਨ ਨਾਲ ਪੂਰੇ ਕੌਨਸਨਟਰੇਟ ਹੋ ਕੇ ਆਨਸਰ ਲਗਾ ਕੇ ਆਉਣਾ। ਪਹਿਲਾਂ ਤਾਂ ਤੁਸੀਂ ਕੁਐਸਚਨ ਹੀ ਪੂਰੇ ਤਰੀਕੇ ਨਾਲ ਪੜ੍ਹਨਾ ਹੈ।
ਗਲਤ ਸਮਾਨਾਰਥਕ, ਇੱਥੇ ਆਪਾਂ ਨੂੰ ਸਹੀ ਨਹੀਂ ਪੁੱਛਿਆ, ਇੱਥੇ ਆਪਾਂ ਨੂੰ ਗਲਤ ਪੁੱਛਿਆ। ਠੀਕ ਹੈ ਜੀ, ਤਾਂ ਗਲਤ ਤੁਸੀਂ ਸ਼ਬਦ ਜੋੜ ਹੈ ਜਿਹੜਾ ਉਹਦੀ ਚੋਣ ਕਰਨੀ ਹੈ ਜਿਹੜਾ ਸਮਾਨਾਰਥਕ ਸ਼ਬਦ ਨੇ। ਜਿਵੇਂ ਕਿ ਧੁੱਪ ਤੇ ਚਾਨਣ, ਤਾਂ ਸਹੀ ਹੈ, ਧੁੱਪ ਜਦੋਂ ਧੁੱਪ ਹੁੰਦੀ ਉਦੋਂ ਚਾਨਣ ਹੁੰਦਾ। ਖੁਸ਼ ਹੱਸਣਾ, ਜਦੋਂ ਆਪਾਂ ਖੁਸ਼ ਹੁੰਦੇ ਹਾਂ ਉਦੋਂ ਆਪਾਂ ਹੱਸਦੇ ਹਾਂ। ਕੰਮ ਮਿਹਨਤ, ਜਦੋਂ ਆਪਾਂ ਕੰਮ ਕਰਦੇ ਹਾਂ ਆਪਾਂ ਮਿਹਨਤ ਕਰਦੇ ਹਾਂ। ਠੀਕ ਹੈ ਜੀ, ਤਾਂ ਇਹ ਸਹੀ ਨੇ ਤਿੰਨੋਂ। ਗਲਤ ਕਿਹੜਾ? ਦੁਖੀ ਗਾਉਣਾ। ਠੀਕ ਹੈ ਜੀ, ਜਦੋਂ ਆਪਾਂ ਦੁਖੀ ਹੁੰਦੇ ਹਾਂ ਆਪਾਂ ਗਾਉਂਦੇ ਥੋੜ੍ਹਾ। ਠੀਕ ਹੈ ਜੀ, ਤਾਂ ਆਪਾਂ ਜਦੋਂ ਆਪਾਂ ਦੁਖੀ ਹੁੰਦੇ ਹਾਂ ਤਾਂ ਆਪਾਂ ਰੋਂਦੇ ਹਾਂ। ਠੀਕ ਹੈ ਜੀ, ਆਪਾਂ ਸੈਡ ਹੁੰਦੇ ਹਾਂ। ਤਾਂ ਕਰਕੇ ਇਹ ਤੁਹਾਨੂੰ ਇਵੇਂ ਪੁੱਛਣਗੇ। ਤਾਂ ਗਲਤ ਸਮਾਨਾਰਥਕ ਸ਼ਬਦ ਜੋੜ ਦੀ ਚੋਣ ਆਪਣਾ ਆਨਸਰ ਨੰਬਰ 3 ਆਊਗਾ ਇਹਦਾ। ਠੀਕ ਹੈ ਜੀ, ਤਾਂ ਆਨਸਰ ਨੰਬਰ 3 ਇਹਦਾ ਆਨਸਰ ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸ਼ੁੱਧ ਸ਼ਬਦ ਦੀ ਚੋਣ ਕਰੋ। ਤਾਂ ਤੁਸੀਂ ਇਹਦੇ ਵਿੱਚੋਂ ਐਗਜ਼ੈਕਟ ਵਰਡ ਜਿਹੜਾ ਸਹੀ ਹੈ ਉਹ ਚੁਣਨਾ ਹੈ। ਜੇਕਰ ਤੁਹਾਨੂੰ ਵਧੀਆ ਪੰਜਾਬੀ ਆਉਂਦੀ ਹੈ ਤਾਂ ਤੁਸੀਂ ਆਰਾਮ ਨਾਲ ਇਹਦਾ ਆਨਸਰ ਲਗਾ ਸਕਦੇ ਹੋ। ਇਹ ਕੋਈ ਜ਼ਿਆਦਾ ਟਫ ਕੁਐਸਚਨ ਨਹੀਂ ਹੈਗੇ, ਬਟ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੋ ਜਿਹੇ ਕੁਐਸਚਨ ਤੁਹਾਨੂੰ ਪੇਪਰਾਂ ਦੇ ਵਿੱਚ ਪੁੱਛੇ ਜਾਣਗੇ। ਜਿਵੇਂ ਕਿ ਸ਼ਾਂਤੀ ਹੈ, ਸ਼ਾਂਤੀ ਹੈ, ਹਾੜੀ, ਕਿਲਾ। ਠੀਕ ਹੈ ਜੀ, ਤਾਂ ਇਹਨਾਂ ਦੇ ਵਿੱਚੋਂ ਜਿਹੜਾ ਐਗਜ਼ੈਕਟ ਆਨਸਰ ਹੈ ਉਹ ਆਪਣਾ ਸੱਸੇ ਦੇ ਨਾਲ ਆਪਾਂ ਸ਼ਾਂਤੀ ਪਾਉਣੇ ਆ, ਸੱਸੇ ਦੇ ਪੈਰ ਦੇ ਵਿੱਚ ਬਿੰਦੀ ਪਾ ਕੇ। ਠੀਕ ਹੈ ਜੀ, ਪੰਜਾਬੀ ਦੇ ਵਿੱਚ। ਠੀਕ ਹੈ ਜੀ, ਇਹ ਸ਼ਾਂਤੀ ਇਹ ਆ ਗਲਤ ਹੈ। ਠੀਕ ਹੈ ਜੀ, ਤਾਂ ਹਾੜੀ, ਹਾੜੀ ਦੇ ਵਿੱਚ ਵੀ ਮਤਲਬ ਪੈਰ ਦੇ ਵਿੱਚ, ਡਾੜੇ ਦੇ ਪੈਰ ਦੇ ਵਿੱਚ ਹਾ ਹੁੰਦਾ, ਅਤੇ ਕਿਲੇ ਦੇ ਵਿੱਚ ਵੀ ਲੱਲੇ ਦੇ ਪੈਰ ਦੇ ਵਿੱਚ ਹਾ ਹੁੰਦਾ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਤਾਂ ਇਹਦਾ ਜਿਹੜਾ ਐਗਜ਼ੈਕਟ ਆਨਸਰ ਹੈ ਉਹ ਹੈ ਆਨਸਰ ਨੰਬਰ 2। ਇਹਦੇ ਵਿੱਚੋਂ ਸ਼ੁੱਧ ਸ਼ਬਦ ਹੈ ਇਹ। ਠੀਕ ਹੈ ਜੀ, ਸ਼ਾਂਤੀ, ਇਹ ਤੁਸੀਂ ਯਾਦ ਰੱਖਣਾ ਹੈਗਾ। ਤਾਂ ਇਹੋ ਜਿਹੇ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ, ਪੂਰੇ ਧਿਆਨ ਦੇ ਨਾਲ ਕਰਕੇ ਉਹਨੇ ਆਨਸਰ ਨੰਬਰ 2 ਆਊਗਾ ਇਹਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਹਿਮਤ ਸ਼ਬਦ ਵਿੱਚ ਕਿਹੜਾ ਅਗੇਤਰ ਹੈ? ਇਹਦੇ ਵਿੱਚ ਸੱਸਾ ਹੈਗਾ, ਓਨਲੀ, ਸ ਜਿਹਨੂੰ ਆਪਾਂ ਕਹਿੰਦੇ ਹਾਂ, ਸਹਿ, ਮਤ ਜਾਂ ਸਹਿਮ। ਪਹਿਲਾਂ ਤੁਸੀਂ ਇਹ ਧਿਆਨ ਰੱਖਣਾ ਕਿ ਤੁਹਾਨੂੰ ਪੁੱਛਿਆ ਕੀ ਗਿਆ। ਠੀਕ ਹੈ ਜੀ, ਤੁਹਾਨੂੰ ਕੀ ਪੁੱਛਿਆ ਗਿਆ ਇਹ ਤੁਸੀਂ ਪੂਰੇ ਤੁਹਾਡੇ ਧਿਆਨ ਦੇ ਵਿੱਚ ਹੋਣਾ ਚਾਹੀਦਾ। ਠੀਕ ਹੈ ਜੀ, ਤਾਂ ਇਹਦੇ ਵਿੱਚ ਤੁਹਾਨੂੰ ਸਹਿਮਤ ਸ਼ਬਦ ਵਿੱਚ ਅਗੇਤਰ ਪੁੱਛਿਆ ਗਿਆ, ਨਾ ਕਿ ਪਿਛੇਤਰ। ਠੀਕ ਹੈ ਜੀ, ਅਗੇਤਰ ਕਿਹੜਾ ਹੁੰਦਾ? ਜਿਹੜਾ ਸ਼ਬਦ ਦੇ ਅੱਗੇ ਲੱਗਦਾ ਹੁੰਦਾ। ਪਿਛੇਤਰ ਕਿਹੜਾ ਹੁੰਦਾ? ਜਿਹੜਾ ਸ਼ਬਦ ਦੇ ਪਿੱਛੇ ਲੱਗਦਾ ਹੁੰਦਾ। ਤਾਂ ਇਹਦੇ ਵਿੱਚ ਜਿਹੜਾ ਮਤ ਹੈ ਇਹ ਤਾਂ ਪਿਛੇਤਰ ਹੈ, ਮਤਲਬ ਇੱਕ ਪਿਛੇਤਰ ਦੇ ਐਗਜ਼ੈਕਟ ਪਿਛੇਤਰ ਤਾਂ ਇਹ ਹੈ ਨਹੀਂ, ਬਟ ਇਹ ਵਰਡ ਦੇ ਪਿੱਛੇ ਹੈ, ਤਾਂ ਇਹ ਅਗੇਤਰ ਤਾਂ ਹੋ ਹੀ ਨਹੀਂ ਸਕਦਾ। ਠੀਕ ਹੈ ਜੀ, ਤਾਂ ਇਹਦੇ ਵਿੱਚ ਤੁਸੀਂ ਦੱਸੋ ਜਿਹੜਾ ਐਗਜ਼ੈਕਟ ਵਰਡ ਹੈ। ਤਾਂ ਇਹ ਜਿਹੜਾ ਇਹਦਾ ਆਨਸਰ ਬਣੂਗਾ ਉਹ ਬਣੂਗਾ ਆਨਸਰ ਨੰਬਰ 2 ਬਣੂਗਾ। ਠੀਕ ਹੈ ਜੀ, ਸਹਿ। ਕਿਉਂਕਿ ਜਦੋਂ ਤੁਸੀਂ ਅਗੇਤਰ ਪਿਛੇਤਰ ਕੱਢਣਾ ਹੈ ਤਾਂ ਇੱਕ ਤੁਹਾਡੇ ਕੋਲ ਇਹੋ ਜਿਹਾ ਸ਼ਬਦ, ਮੂਲ ਸ਼ਬਦ ਹੈ ਜਿਹੜਾ ਉਹ ਨਿਕਲ ਕੇ ਆਉਣਾ ਚਾਹੀਦਾ, ਉਹਦਾ ਕੋਈ ਮਤਲਬ ਨਿਕਲਣਾ ਚਾਹੀਦਾ। ਜਿਵੇਂ ਕਿ ਮਤ। ਠੀਕ ਹੈ ਜੀ, ਮਤ ਇਹਦੇ ਵਿੱਚੋਂ ਨਿਕਲ ਕੇ ਆਇਆ। ਮਤ ਦਾ ਮਤਲਬ ਹੁੰਦਾ ਮਤਲਬ ਇੱਕ ਆਪਣੀ ਰਾਏ। ਠੀਕ ਹੈ ਜੀ, ਸਹਿਮਤ ਮਤਲਬ ਜਦੋਂ ਆਪਾਂ ਆਪਣੀ ਰਾਏ ਇੱਕ ਹੁੰਦੀ ਹੈ ਤਾਂ ਆਪਾਂ ਸਹਿਮਤ ਹੁੰਦੇ ਹਾਂ, ਤਾਂ ਮਤ ਹੁੰਦੀ ਹੈ ਰਾਏ। ਠੀਕ ਹੈ ਜੀ, ਤਾਂ ਇਹਦੇ ਵਿੱਚੋਂ ਸਹਿ ਹੈ ਜਿਹੜਾ ਇਹ ਅਗੇਤਰ ਹੈ, ਇਹ ਤੁਸੀਂ ਯਾਦ ਰੱਖਣਾ। ਠੀਕ ਹੈ ਜੀ, ਤਾਂ ਅਗੇਤਰ ਪਿਛੇਤਰ ਵੀ ਤੁਹਾਨੂੰ ਪੁੱਛੇ ਜਾਣਗੇ, ਤਾਂ ਇਹ ਵੀ ਤੁਸੀਂ ਕਵਰ ਕਰਕੇ ਜਾਣੇ ਆ। ਤਾਂ ਜਿੰਨੇ ਵੀ ਕੁਐਸਚਨ ਤੁਹਾਡੇ ਪੇਪਰ ਦੇ ਵਿੱਚ ਆਉਣਗੇ ਤਾਂ ਉਹ ਆਪਾਂ ਇਹਦੇ ਸਾਰੇ ਸੀਰੀਜ਼ ਦੇ ਵਿੱਚ ਤੁਹਾਨੂੰ ਕਵਰ ਕਰਵਾਉਣੇ ਆ, ਅਤੇ ਬਹੁਤ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ ਜੀ, ਇਹ ਤਾਂ ਇੱਕ ਵੀ ਕੁਐਸਚਨ ਤੁਸੀਂ ਮਿਸ ਨਾ ਕਰਿਓ, ਤੁਹਾਨੂੰ ਡਾਇਰੈਕਟ ਇਹ ਪੇਪਰ ਦੇ ਵਿੱਚ ਐਗਜ਼ੈਕਟ ਮਿਲਣਗੇ। ਠੀਕ ਹੈ ਜੀ, ਗੁਆਂਢਣ ਸ਼ਬਦ ਵਿੱਚੋਂ ਕਿਹੜਾ ਪਿਛੇਤਰ ਹੈ? ਗੁਆਂਢ, ਣ, ਢਣ ਜਾਂ ਗੁਆਂਢੀ। ਗੁਆਂਢਣ ਦੇ ਵਿੱਚ ਤੁਸੀਂ ਪਿਛੇਤਰ ਦੱਸਣਾ। ਠੀਕ ਹੈ ਜੀ, ਇਹਦੇ ਵਿੱਚ ਅਗੇਤਰ ਨਹੀਂ ਦੱਸਣਾ। ਪਿਛੇਤਰ ਕਿਹੜਾ ਹੁੰਦਾ ਹੈਗਾ? ਜਿਹੜਾ ਪਿੱਛੇ ਲੱਗਦਾ ਵਾਕ ਦੇ। ਠੀਕ ਹੈ ਜੀ, ਤਾਂ ਸ਼ਬਦ ਦੇ, ਤਾਂ ਸ਼ਬਦ ਦੇ ਵਿੱਚ ਗੁਆਂਢ ਹੈ ਜਿਹੜਾ ਇਹ ਪਿੱਛੇ ਥੋੜ੍ਹਾ ਲੱਗਿਆ, ਗੁਆਂਢ ਤਾਂ ਅੱਗੇ ਲੱਗਿਆ, ਤਾਂ ਮਤਲਬ ਇੱਕ ਅਗੇਤਰ ਦਾ ਕੰਮ ਕਰੂਗਾ। ਠੀਕ ਹੈ ਜੀ, ਤਾਂ ਇਹਨਾਂ ਦੇ ਵਿੱਚੋਂ ਤੁਸੀਂ ਦੱਸਣਾ। ਗੁਆਂਢੀ ਵੀ ਇਹਦੇ ਵਿੱਚ ਨਹੀਂ ਆ ਸਕਦਾ, ਇਹ ਵੀ ਆਪਣਾ ਗਲਤ ਹੈ। ਠੀਕ ਹੈ ਜੀ, ਤਾਂ ਇਹਦੇ ਵਿੱਚੋਂ ਤੁਹਾਡੇ ਦੋ ਇਹ ਜਿਹੜੇ ਇਹ ਸ਼ਬਦ ਰਹਿ ਗਏ, ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਆਊਗਾ, ਣ। ਜਦੋਂ ਆਪਾਂ ਣ ਕੱਟ ਦਾਂਗੇ, ਠੀਕ ਹੈ ਜੀ, ਤਾਂ ਜਿਹੜਾ ਸ਼ਬਦ ਬਚੂਗਾ ਗੁਆਂਢ, ਇਹ ਇੱਕ ਪ੍ਰੋਪਰ ਸ਼ਬਦ ਹੈ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਤਾਂ ਇਹਦਾ ਣ ਆਊਗਾ, ਣ ਇਹਦਾ ਸਹੀ ਆਨਸਰ ਆਊਗਾ, ਇਹ ਤੁਸੀਂ ਯਾਦ ਰੱਖਣਾ। ਤਾਂ ਇਹਦੇ ਵਿੱਚ ਇਹ ਕੀ ਹੈ? ਪਿਛੇਤਰ ਹੈ। ਇਹ ਆਪਾਂ ਨੂੰ ਪਿਛੇਤਰ ਹੀ ਪੁੱਛਿਆ, ਤਾਂ ਣ ਇਹਦੇ ਵਿੱਚ ਪਿਛੇਤਰ ਹੈ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਆਨਸਰ ਨੰਬਰ 2 ਆਊਗਾ ਇਹਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵਚਨ ਦੀਆਂ ਕਿੰਨੀਆਂ ਕਿਸਮਾਂ ਨੇ? ਜਿਹੜਾ ਆਪਣੇ ਪੰਜਾਬੀ ਦੇ ਵਿੱਚ ਵਚਨ ਹੈ ਤਾਂ ਇਹਦੀਆਂ ਤੁਸੀਂ ਕਿਸਮਾਂ ਦੱਸਣੀਆਂ ਕਿ ਕਿੰਨੀਆਂ? 2, 3, 1 ਜਾਂ 4। ਸਭ ਤੋਂ ਸਿੰਪਲ ਕੁਐਸਚਨ ਹੈ। ਠੀਕ ਹੈ ਜੀ, ਬੱਚਿਆਂ ਵਾਲੇ ਕੁਐਸਚਨ ਨੇ ਇਹ ਸਾਰੇ। ਜਿਨ੍ਹਾਂ ਨੇ ਤਾਂ ਪੰਜਾਬੀ ਵਧੀਆ ਤਰੀਕੇ ਨਾਲ ਪੜ੍ਹੀ ਹੈ ਸਟਾਰਟਿੰਗ ਤੋਂ ਹੀ, ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਇੰਟਰਸਟ ਹੈ, ਉਹ ਤਾਂ ਇਹ ਆਰਾਮ ਨਾਲ ਹੀ ਕਰ ਦੇਣਗੇ ਕੁਐਸਚਨ, ਕਿਉਂਕਿ ਬਹੁਤ ਸਿੰਪਲ ਕੁਐਸਚਨ ਨੇ। ਠੀਕ ਹੈ ਜੀ, ਤਾਂ ਆਰਾਮ ਨਾਲ ਤੁਸੀਂ ਇੱਕ, ਮੈਂ ਤੁਹਾਡੇ ਵਿੱਚ ਕੌਨਫੀਡੈਂਸ ਲੈਵਲ ਤੁਹਾਡਾ ਅਪ ਕਰਦੇ ਹਾਂ ਕਿ ਜਿਹੜਾ ਇਹ ਪੇਪਰ ਹੈ ਇਹ ਤੁਸੀਂ ਆਰਾਮ ਨਾਲ ਕਰੈਕ ਕਰ ਸਕਦੇ ਹੋ। ਠੀਕ ਹੈ, ਜੇ ਤੁਹਾਡੀ ਵਧੀਆ ਤਿਆਰੀ ਹੈ ਪੰਜਾਬੀ ਦੀ ਤਾਂ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ, ਇਹ ਤੁਹਾਡਾ ਪੇਪਰ ਈਜ਼ੀਲੀ ਕਰੈਕ ਹੋ ਜਾਊਗਾ। ਠੀਕ ਹੈ ਜੀ, ਤਾਂ ਇਹਦੇ ਵਿੱਚੋਂ ਬੱਚੇ 70, 70, 80, 80 ਨੰਬਰ ਲੈ ਆਉਂਦੇ ਨੇ। ਠੀਕ ਹੈ ਜੀ, ਜਿਨ੍ਹਾਂ ਦੀ ਪੰਜਾਬੀ ਵਧੀਆ ਹੈ।
ਤਾਂ ਤੁਸੀਂ ਆਰਾਮ ਨਾਲ ਇਹ ਕਰੈਕ ਕਰ ਸਕਦੇ ਹੋ। ਬਟ ਮਿਹਨਤ ਫਿਰ ਵੀ ਜ਼ਰੂਰੀ ਹੈ, ਠੀਕ ਹੈ ਜੀ। ਜੇ ਤੁਸੀਂ ਪੜ੍ਹੋਗੇ ਫਿਰ ਹੀ ਤੁਸੀਂ ਕਰੈਕ ਕਰੋਗੇ। ਤਾਂ ਵਚਨ ਦੀਆਂ ਕਿੰਨੀਆਂ ਕਿਸਮਾਂ ਨੇ? ਤਾਂ ਵਚਨ ਦੀਆਂ 2 ਕਿਸਮਾਂ ਨੇ, ਠੀਕ ਹੈ ਜੀ। ਵਚਨ ਦੀਆਂ 2 ਕਿਸਮਾਂ ਨੇ, ਇੱਕ ਵਚਨ ਤੇ ਬਹੁ ਵਚਨ। ਇਹ ਤਾਂ ਜਮੀ ਸਿੰਪਲ ਕੁਐਸਚਨ ਹੈ, ਠੀਕ ਹੈ ਜੀ। ਤਾਂ ਇੱਕ ਵਚਨ ਤੇ ਬਹੁ ਵਚਨ, ਇਹਦਾ ਆਨਸਰ ਨੰਬਰ 1 ਆਊਗਾ। ਆਨਸਰ ਨੰਬਰ 1 ਆਊਗਾ ਇਹਦਾ, ਠੀਕ ਹੈ ਜੀ। ਇੱਕ ਵਚਨ ਤੇ ਬਹੁ ਵਚਨ, ਇਹ 2 ਮਤਲਬ ਇਹਦੀਆਂ ਕਿਸਮਾਂ ਨੇ ਵਚਨ ਦੀਆਂ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਵਿਤਾ ਕਿਤਾਬ ਪੜ੍ਹ ਰਹੀ ਹੈ, ਵਾਕ ਵਿੱਚ ਕਰਮ ਕਿਹੜਾ ਹੈ? ਤਾਂ ਇਹ ਤੁਹਾਨੂੰ ਪੁੱਛਿਆ ਜਾਊ ਕਿ ਕਿਰਿਆ, ਕਰਤਾ, ਕਰਮ, ਇਹ ਤਿੰਨਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਾਕ ਦੇ ਵਿੱਚ ਕਿੱਥੇ ਕਿੱਥੇ ਇਹਨਾਂ ਦੀ ਕਿਹੜੀ ਕਿਹੜੀ ਜਗ੍ਹਾ ਹੈ, ਠੀਕ ਹੈ ਜੀ। ਤਾਂ ਇਹਦੇ ਵਿੱਚ ਕਵਿਤਾ ਕੀ ਹੈ? ਕਵਿਤਾ ਤਾਂ ਇੱਕ ਸਬਜੈਕਟ ਹੈ, ਯਾਨੀ ਕਿ ਕਰਤਾ ਜਿਹਨੂੰ ਆਪਾਂ ਕਹਿੰਦੇ ਹਾਂ ਪੰਜਾਬੀ ਦੇ ਵਿੱਚ, ਜਿਹਨੂੰ ਆਪਾਂ ਕਰਤਾ ਕਹਿੰਦੇ ਹਾਂ। ਕਵਿਤਾ ਤਾਂ ਕਰਤਾ ਹੈ, ਠੀਕ ਹੈ ਜੀ। ਕਿਤਾਬ ਹੈ ਇਹਦੇ ਵਿੱਚ, ਜਿਹੜਾ ਸਹੀ ਆਨਸਰ ਆਊ 2 ਆਊਗਾ, ਠੀਕ ਹੈ ਜੀ। ਪੜ੍ਹ ਰਹੀ ਹੈ, ਮਤਲਬ ਪੜ੍ਹ ਰਹੀ ਤਾਂ ਹੋ ਗਿਆ ਕਿਰਿਆ, ਠੀਕ ਹੈ ਜੀ, ਇਹਨੂੰ ਆਪਾਂ ਕਿਰਿਆ ਕਹਾਂਗੇ। ਅਤੇ ਜਿਹੜੀ ਹੈ ਇਹ ਆਪਣੀ ਸਹਾਇਕ ਕਿਰਿਆ, ਠੀਕ ਹੈ ਜੀ, ਜਿਹੜੀ ਕਿ ਇੱਕ ਟਾਈਮ ਪੀਰੀਅਡ ਦੱਸ ਰਹੀ ਹੈ। ਮਤਲਬ ਹੈ ਪੜ੍ਹ ਰਹੀ ਹੈ ਤਾਂ ਮਤਲਬ ਹੁਣ ਪੜ੍ਹ ਰਹੀ ਹੈ, ਪ੍ਰੈਜੈਂਟ ਦਾ ਟਾਈਮ ਹੈ, ਠੀਕ ਹੈ ਜੀ। ਤਾਂ ਪੜ੍ਹ ਰਹੀ ਸੀ ਮਤਲਬ ਪਹਿਲਾਂ ਪੜ੍ਹ ਰਹੀ ਸੀ, ਪਾਸਟ ਦਾ ਟਾਈਮ ਹੈ। ਤਾਂ ਇਹ ਟਾਈਮ ਦੱਸਦਾ ਹੈ। ਇਹ ਮੈਂ ਜਿੰਨੇ ਵੀ ਆਪਣੇ ਕੁਐਸਚਨ ਨੇ ਇਹ ਆਪਣੇ ਪ੍ਰੀਵੀਅਸ ਜਿਹੜੇ 2 ਸੈਸ਼ਨ ਅਪਲੋਡ ਹੋਏ ਨੇ ਉਹਨਾਂ ਦੇ ਵਿੱਚ ਮੈਂ ਕਵਰ ਕਰਵਾਏ ਨੇ, ਉਹਨਾਂ ਨੂੰ ਮਿਸ ਨਾ ਕਰਿਓ। ਤੁਹਾਨੂੰ ਐਜ਼ ਇਟ ਇਜ਼ ਉਹ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ, ਠੀਕ ਹੈ ਜੀ। ਬਹੁਤ ਇੰਪੋਰਟੈਂਟ ਕੁਐਸਚਨ ਨੇ। ਬਸ ਇਹੀ ਮਤਲਬ ਇੰਨੀ ਕੀ ਵਿਆਕਰਨ ਹੈ ਪੰਜਾਬੀ ਦੀ ਜੋ ਆਪਾਂ ਕਵਰ ਕਰ ਰਹੇ ਹਾਂ, ਅਤੇ ਇਹਦੇ ਵਿੱਚੋਂ ਹੀ ਕੁਐਸਚਨ ਵਾਰ-ਵਾਰ ਬਣਦੇ ਨੇ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ। ਤਾਂ ਇਹਦਾ ਆਨਸਰ ਕੀ ਆਊਗਾ? ਆਨਸਰ ਨੰਬਰ 2 ਆਊਗਾ ਇਹਦਾ, ਕਿਤਾਬ, ਠੀਕ ਹੈ ਜੀ। ਕਰਮ ਪੁੱਛਿਆ ਤਾਂ ਕਰਮ ਹੈਗਾ ਆਪਣਾ ਕਿਤਾਬ, ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਸ਼ਬਦ ਪੁਲਿੰਗ ਅਤੇ ਇਸਤਰੀ ਲਿੰਗ ਦੋਵਾਂ ਲਈ ਵਰਤਿਆ ਜਾਂਦਾ ਹੈ? ਔਰਤ, ਲੁਹਾਰ, ਮੰਗੇਤਰ ਜਾਂ ਫਕੀਰ। ਤਾਂ ਉਹ ਕਿਹੜਾ ਸ਼ਬਦ ਹੈ ਜਿਹੜਾ ਪੁਲਿੰਗ ਅਤੇ ਇਸਤਰੀ ਲਿੰਗ ਦੋਵਾਂ ਲਈ ਵਰਤਿਆ ਜਾਂਦਾ ਹੈ? ਮਤਲਬ ਕਿ ਉਹ ਸ਼ਬਦ ਆਪਾਂ ਮੁੰਡੇ ਲਈ ਅਤੇ ਕੁੜੀ ਲਈ ਇੱਕੋ ਹੀ ਸ਼ਬਦ ਪ੍ਰਯੋਗ ਕਰਦੇ ਹਾਂ, ਉਹਨੂੰ ਚੇਂਜ ਨਹੀਂ ਕੀਤਾ ਜਾ ਸਕਦਾ, ਠੀਕ ਹੈ ਜੀ। ਤਾਂ ਔਰਤ ਹੈ ਜਿਵੇਂ ਕਿ, ਠੀਕ ਹੈ ਜੀ, ਮਰਦ ਔਰਤ ਇਹ ਤਾਂ ਆਪਾਂ ਚੇਂਜ ਕਰ ਹੀ ਲੈਂਦੇ ਹਾਂ, ਠੀਕ ਹੈ ਜੀ। ਤਾਂ ਮਰਦ ਬੰਦਿਆਂ ਲਈ ਆਪਾਂ ਮਰਦ ਯੂਜ਼ ਕਰਦੇ ਹਾਂ ਅਤੇ ਔਰਤਾਂ ਲਈ ਔਰਤ, ਠੀਕ ਹੈ ਜੀ। ਤਾਂ ਇਹ ਨਹੀਂ ਹੋ ਸਕਦਾ ਜਿਹੜਾ ਫਸਟ ਹੈ ਆਪਣਾ। ਲੁਹਾਰ ਦਾ ਆਪਾਂ ਲੁਹਾਰਨ, ਠੀਕ ਹੈ ਜੀ, ਲੁਹਾਰਨ ਆਪਾਂ ਇਹਨੂੰ ਚੇਂਜ ਕਰ ਦਿੰਦੇ ਹਾਂ। ਫਕੀਰ ਦਾ ਆਪਾਂ ਫਕੀਰਨੀ ਵੀ ਕਹਿ ਸਕਦੇ ਹਾਂ। ਬਟ ਮੰਗੇਤਰ ਚੇਂਜ ਨਹੀਂ ਹੁੰਦਾ। ਮੰਗੇਤਰ ਕੁੜੀ ਲਈ ਵੀ ਮੰਗੇਤਰ ਸ਼ਬਦ ਹੈ ਅਤੇ ਮੁੰਡੇ ਲਈ ਵੀ ਮੰਗੇਤਰ ਹੈ, ਠੀਕ ਹੈ ਜੀ। ਤਾਂ ਇਹਦਾ ਆਨਸਰ ਨੰਬਰ 3 ਆਊਗਾ, ਇਹ ਤੁਸੀਂ ਯਾਦ ਰੱਖਣਾ। ਮੰਗੇਤਰ ਇਹੋ ਜਿਹਾ ਸ਼ਬਦ ਹੈ ਜਿਹੜਾ ਦੋਵਾਂ ਲਈ ਪ੍ਰਯੋਗ ਹੁੰਦਾ, ਠੀਕ ਹੈ ਜੀ। ਤਾਂ ਆਨਸਰ ਨੰਬਰ 3 ਆਊਗਾ ਇਹਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਹੇਠ ਲਿਖਿਆਂ ਵਿੱਚੋਂ ਕ੍ਰਿਦੰਤ ਕਿਰਿਆ ਨੂੰ ਪਹਿਚਾਣੋ। ਸਭ ਤੋਂ ਪਹਿਲਾਂ ਤੁਹਾਨੂੰ ਕ੍ਰਿਦੰਤ ਕਿਰਿਆ ਬਾਰੇ ਪਤਾ ਹੋਣਾ ਚਾਹੀਦਾ, ਠੀਕ ਹੈ ਜੀ। ਤਾਂ ਇਹ ਨਹੀਂ ਕਿ ਤੁਸੀਂ ਜ਼ਿਆਦਾ ਡਿਟੇਲ ਦੇ ਵਿੱਚ, ਵੈਸੇ ਤਾਂ ਤੁਸੀਂ ਜ਼ਿਆਦਾ ਡਿਟੇਲ ਦੇ ਵਿੱਚ ਜੇ ਪੜ੍ਹ ਲਓ ਤਾਂ ਬਹੁਤ ਵਧੀਆ ਗੱਲ ਹੈ, ਠੀਕ ਹੈ ਜੀ। ਤਾਂ ਬਟ ਆਪਣੇ MCQ ਤੁਹਾਡੇ ਲਈ ਇਨਫ ਰਹਿਣਗੇ, ਤੁਸੀਂ ਆਰਾਮ ਨਾਲ ਪੇਪਰ ਕਰੈਕ ਕਰ ਸਕਦੇ ਹੋ। ਜੇਕਰ ਤੁਸੀਂ ਆਪਣੀ ਸੀਰੀਜ਼ ਲਗਾ ਰਹੇ ਹੋ ਕੰਟੀਨਿਊਸਲੀ ਤਾਂ ਆਰਾਮ ਨਾਲ ਤੁਸੀਂ ਪੇਪਰ ਕਲੀਅਰ ਕਰੋਗੇ, ਠੀਕ ਹੈ ਜੀ। ਤਾਂ ਕ੍ਰਿਦੰਤ ਕਿਰਿਆ ਕਿਹੜੀ ਹੁੰਦੀ ਹੈ? ਪੜ੍ਹ, ਕਰ, ਚੱਲ ਜਾਂ ਪੜ੍ਹਦਾ। ਤਾਂ ਇਹਦਾ ਆਨਸਰ ਆਊਗਾ ਆਨਸਰ ਨੰਬਰ 4, ਠੀਕ ਹੈ ਜੀ। ਪੜ੍ਹਦਾ। ਜਦੋਂ ਮੂਲ ਧਾਤੂ ਦੇ ਨਾਲ ਦਾ, ਨਾ, ਠੀਕ ਹੈ, ਇਹੋ ਜਿਹੇ ਸ਼ਬਦ ਆਪਾਂ ਲਾਉਣੇ ਆ ਉਹ ਕ੍ਰਿਦੰਤ ਕਿਰਿਆ ਬਣ ਜਾਂਦੀ ਹੈ। ਜਿਵੇਂ ਪੜ੍ਹ ਆਪਣੇ ਆਪ 'ਚ ਇੱਕ ਕਿਰਿਆ ਹੈ, ਕਰ ਆਪਣੇ ਆਪ 'ਚ ਇੱਕ ਕਿਰਿਆ, ਚੱਲ ਆਪਣੇ ਆਪ 'ਚ ਇੱਕ ਕਿਰਿਆ, ਠੀਕ ਹੈ ਜੀ। ਬਟ ਜਦੋਂ ਕਿਰਿਆ ਤੋਂ ਆਪਾਂ ਇੱਕ ਹੋਰ ਕਿਰਿਆ ਬਣਾ ਦਿੰਦੇ ਹਾਂ, ਇਹਦਾ ਰੂਪ ਆਪਾਂ ਚੇਂਜ ਕਰ ਦਿੰਦੇ, ਉਹਨੂੰ ਕ੍ਰਿਦੰਤ ਕਿਰਿਆ ਕਿਹਾ ਜਾਂਦਾ ਹੈ। ਤਾਂ ਜਿਵੇਂ ਪੜ੍ਹਦਾ, ਠੀਕ ਹੈ ਜੀ, ਪੜ੍ਹਦਾ, ਪੜ੍ਹਨਾ, ਪੜ੍ਹਿਆ, ਠੀਕ ਹੈ ਜੀ, ਇਹ ਸਾਰੀਆਂ ਕ੍ਰਿਦੰਤ ਕਿਰਿਆਵਾਂ ਹੁੰਦੀਆਂ। ਤਾਂ ਇਹਦਾ ਆਨਸਰ ਆਊਗਾ ਆਨਸਰ ਨੰਬਰ 4। ਤਾਂ ਆਨਸਰ ਨੰਬਰ 4 ਇਹਦਾ ਸਹੀ ਆਨਸਰ ਹੈ, ਠੀਕ ਹੈ ਜੀ, ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੋਲੀ ਨੂੰ ਲਿਖਣ ਸਮੇਂ ਵਰਤੇ ਜਾਂਦੇ ਚਿੰਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਤਾਂ ਜਦੋਂ ਆਪਾਂ ਕਿਸੇ ਵੀ ਬੋਲੀ ਨੂੰ ਲਿਖਦੇ ਹਾਂ ਤਾਂ ਜਿਹੜੇ ਉਸ ਟਾਈਮ 'ਤੇ ਆਪਾਂ ਚਿੰਨ੍ਹ ਯੂਜ਼ ਕਰਦੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਵਿਆਕਰਨ, ਲਿਪੀ, ਗ੍ਰਾਮਰ ਜਾਂ ਲਿਖਾਈ। ਇਹੋ ਜਿਹੇ ਕੁਐਸਚਨ ਤੁਹਾਨੂੰ ਆਉਣਗੇ ਅਤੇ ਉਹਦਾ ਬਹੁਤ ਧਿਆਨ ਦੇ ਨਾਲ ਤੁਸੀਂ ਆਨਸਰ ਹੈ ਜਿਹੜਾ ਉਹ ਟਿਕ ਕਰਨਾ, ਠੀਕ ਹੈ ਜੀ। ਤਾਂ ਕਈ ਸਟੂਡੈਂਟ ਨੂੰ ਵਿਆਕਰਨ ਲਗਾ ਕੇ ਆਉਣਗੇ ਬਟ ਉਹ ਗਲਤ ਹੈ, ਠੀਕ ਹੈ ਜੀ। ਵਿਆਕਰਨ ਤਾਂ ਮਤਲਬ ਇੱਕ ਨਿਯਮ ਨੇ, ਠੀਕ ਹੈ ਜੀ। ਵਿਆਕਰਨ ਤਾਂ ਆਪਾਂ ਨਿਯਮ ਨੂੰ ਕਹਿ ਸਕਦੇ ਹਾਂ, ਇੱਕ ਨਿਯਮ ਬਣਾਏ ਹੋਏ ਨੇ। ਕਿਸੇ ਵੀ ਤੁਸੀਂ ਲੈਂਗੁਏਜ ਨੂੰ ਸਿੱਖਣਾ ਤਾਂ ਇੱਕ ਸੀਰੀਜ਼ ਹੈ, ਮਤਲਬ ਇੱਕ ਸਿਸਟਮੈਟਿਕ ਵੇ ਹੈ, ਉਹ ਸਿਸਟਮੈਟਿਕ ਵੇ ਨੂੰ ਵਿਆਕਰਨ ਕਿਹਾ ਜਾਂਦਾ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਆਊਗਾ। ਜਦੋਂ ਲਿਖਣ ਵਾਲਾ ਕੰਮ ਆ ਗਿਆ, ਲਿਖਣਾ ਤਾਂ ਆਪਾਂ ਸਕ੍ਰਿਪਟ ਦੇ ਵਿੱਚ ਲਿਖਾਂਗੇ, ਠੀਕ ਹੈ ਜੀ। ਤਾਂ ਲਿਪੀ ਆਊ ਉੱਥੇ, ਇਹ ਤੁਸੀਂ ਯਾਦ ਰੱਖਣਾ। ਤਾਂ ਲਿਪੀ ਦੇ ਵਿੱਚ ਆਪਾਂ ਲਿਖਾਂਗੇ ਉਹਨੂੰ, ਕਿਸੇ ਵੀ ਭਾਸ਼ਾ ਨੂੰ ਆਪਾਂ ਜਾਂ ਕਿਸੇ ਵੀ ਬੋਲੀ ਨੂੰ ਜਦੋਂ ਆਪਾਂ ਲਿਖਾਂਗੇ ਤਾਂ ਲਿਪੀ ਦੇ ਵਿੱਚ ਲਿਖਾਂਗੇ, ਇਹ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਤਾਂ ਆਨਸਰ ਨੰਬਰ 2 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵਿਆਕਰਨ ਦੇ ਕਿੰਨੇ ਭਾਗ ਹਨ? 1, 2, 3 ਜਾਂ 4। ਵਿਆਕਰਨ ਨੂੰ ਆਪਾਂ ਕਿੰਨੇ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ?
ਤਾਂ ਇਹ ਮਤਲਬ ਹੈਗਾ ਤਾਂ ਵੈਸੇ ਸਿੰਪਲ ਸਵਾਲ ਹੈ, ਬਟ ਜੇ ਤੁਹਾਨੂੰ ਨਹੀਂ ਪਤਾ ਤਾਂ ਤੁਹਾਡੇ ਲਈ ਬਹੁਤ ਟਫ ਹੈ ਇਹ ਸਵਾਲ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਹੈ। ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 4 ਆਊਗਾ। 4 ਭਾਗ ਨੇ, ਉਹ ਮੈਂ ਤੁਹਾਨੂੰ ਦੱਸਦਾ ਕਿ ਕਿਹੜੇ ਕਿਹੜੇ ਨੇ। ਆਨਸਰ ਨੰਬਰ 4 ਆਊਗਾ, ਠੀਕ ਹੈ ਜੀ। ਤਾਂ ਇਹ ਮੈਂ ਨੀਚੇ ਇਹ ਮੈਂਸ਼ਨ ਵੀ ਕੀਤੇ ਹੋਏ ਨੇ, ਧੁਨੀ ਬੋਧ, ਸ਼ਬਦ ਬੋਧ, ਅਰਥ ਬੋਧ ਅਤੇ ਵਾਕ ਬੋਧ, ਠੀਕ ਹੈ ਜੀ। ਇਹਦੇ ਵਿੱਚ ਇੱਕ ਲਿਪੀ ਬੋਧ ਆਉਂਦਾ ਹੁੰਦਾ, ਠੀਕ ਹੈ ਜੀ। ਲਿਪੀ ਬੋਧ ਕਈ ਵਾਰੀ ਆਪਸ਼ਨ ਦੇ ਵਿੱਚ ਦਿੰਦੇ ਨੇ, ਇਹ ਮੈਂ ਇਹ ਕੁਐਸਚਨ ਕਰਵਾਇਆ ਵੀ ਹੈ ਲਿਪੀ ਬੋਧ ਵਾਲਾ। ਤਾਂ ਲਿਪੀ ਬੋਧ ਨਹੀਂ ਕੁਛ ਵੀ ਹੁੰਦਾ। ਤਾਂ ਇਹ 4 ਭਾਗ ਹੁੰਦੇ ਨੇ, ਧੁਨੀ ਬੋਧ, ਸ਼ਬਦ ਬੋਧ, ਅਰਥ ਬੋਧ ਅਤੇ ਵਾਕ ਬੋਧ, ਠੀਕ ਹੈ। ਤੁਸੀਂ ਯਾਦ ਰੱਖ ਲਓ, ਬਹੁਤ ਇੰਪੋਰਟੈਂਟ ਨੇ, ਇਹ ਤੁਹਾਨੂੰ ਪੁੱਛੇ ਜਾਣਗੇ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਸ਼ਾ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ? 1, 2, 3 ਜਾਂ 4? ਜਿਹੜੀ ਆਪਣੀ ਲੈਂਗੁਏਜ ਹੁੰਦੀ, ਆਪਣੀ ਭਾਸ਼ਾ ਹੁੰਦੀ, ਉਹਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ? ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਆਊਗਾ, ਠੀਕ ਹੈ ਜੀ। 2 ਭਾਗਾਂ ਦੇ ਵਿੱਚ ਵੰਡਿਆ ਗਿਆ ਭਾਸ਼ਾ ਨੂੰ, ਉਹ ਮੈਂ ਨੀਚੇ ਮੈਂਸ਼ਨ ਕੀਤੇ ਨੇ। ਆਨਸਰ ਨੰਬਰ 2 ਆਊਗਾ ਇਹਦਾ। ਇੱਕ ਤਾਂ ਹੁੰਦੀ ਹੈ ਆਮ ਬੋਲਚਾਲ ਦੀ ਭਾਸ਼ਾ, ਜਿਹੜੀ ਆਪਾਂ ਮਤਲਬ ਰੋਜ਼ਮर्रा ਦੀ ਲਾਈਫ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ, ਉਹ ਆਮ ਬੋਲਚਾਲ ਦੀ ਭਾਸ਼ਾ ਹੁੰਦੀ ਹੈ। ਇੱਕ ਹੁੰਦੀ ਹੈ ਸਾਹਿਤਕ ਜਾਂ ਟਕਸਾਲੀ ਭਾਸ਼ਾ, ਜਿਹੜੀ ਕਿ ਇੱਕ ਲਿਟਰੇਚਰ ਦੇ ਵਿੱਚ ਇੱਕ ਅਲੱਗ ਭਾਸ਼ਾ, ਮਤਲਬ ਆਪਣੀ ਆਮ ਬੋਲਚਾਲ ਤੋਂ ਉਹ ਅਲੱਗ ਭਾਸ਼ਾ ਹੁੰਦੀ ਹੈ, ਜਿਹੜੀ ਲਿਟਰੇਚਰ ਦੀ ਭਾਸ਼ਾ ਹੁੰਦੀ ਹੈ, ਸਾਹਿਤਕ ਹੁੰਦੀ ਹੈ, ਠੀਕ ਹੈ। ਟਕਸਾਲੀ ਭਾਸ਼ਾ, ਤਾਂ ਇਹ 2 ਟਾਈਪ ਦੀ ਭਾਸ਼ਾ ਹੁੰਦੀ ਹੈ, ਤੁਸੀਂ ਯਾਦ ਰੱਖਣੀ ਹੈ, ਬਹੁਤ ਇੰਪੋਰਟੈਂਟ ਹੈ। ਅੱਜ ਦੇ ਸੈਸ਼ਨ ਦਾ ਆਪਣਾ ਲਾਸਟ ਕੁਐਸਚਨ ਹੈ, ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ? 4, 5, 6 ਜਾਂ 8? ਤਾਂ ਇਹਦਾ ਜਿਹੜਾ ਆਨਸਰ ਨੰਬਰ 2 ਆਊਗਾ। 5 ਪ੍ਰਕਾਰ ਦਾ ਹੁੰਦਾ ਆਪਣਾ ਵਿਸ਼ੇਸ਼ਣ, ਠੀਕ ਹੈ ਜੀ। ਤਾਂ ਆਨਸਰ ਨੰਬਰ 2 ਆਊਗਾ। ਤਾਂ ਇਹ ਤੁਸੀਂ ਨੋਟ ਵੀ ਕਰ ਲਓ ਕਿ ਕਿਹੜਾ ਕਿਹੜਾ ਹੁੰਦਾ। ਗੁਣਵਾਚਕ, ਸੰਖਿਆਵਾਚਕ, ਪਰਿਮਾਣਵਾਚਕ, ਨਿਸ਼ਚੈਵਾਚਕ ਅਤੇ ਪੜਨਾਵੀ, ਠੀਕ ਹੈ ਜੀ। ਤਾਂ ਇਹ ਹੁੰਦਾ ਹੈਗਾ ਆਪਣਾ ਵਿਸ਼ੇਸ਼ਣ 5 ਟਾਈਪ ਦਾ। ਆਨਸਰ ਨੰਬਰ 2 ਆਊਗਾ, ਠੀਕ ਹੈ ਜੀ। ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਇਹ ਆਪਣਾ ਕੰਪਲੀਟ ਹੋ ਗਿਆ। 15 ਦੇ 15 ਕੁਐਸਚਨ ਤੁਸੀਂ 2-3 ਵਾਰ ਇਹਨੂੰ ਸੀਰੀਜ਼ ਨੂੰ ਰਿਵਾਈਜ਼ ਕਰ ਲਿਓ, ਠੀਕ ਹੈ ਜੀ। ਤੁਹਾਨੂੰ ਬਹੁਤ ਫਾਇਦਾ ਦੇਊ ਇਹ ਆਉਣ ਵਾਲੇ ਸਾਰੇ ਪੇਪਰਾਂ ਦੇ ਵਿੱਚ। ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਤਾਂ ਇਹਨੂੰ ਲਾਈਕ ਜ਼ਰੂਰ ਕਰਦਿਆ ਕਰੋ, ਅੱਗੇ ਸ਼ੇਅਰ ਕਰਦਿਆ ਕਰੋ, ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਕਿਉਂਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣਗੇ। ਅਤੇ ਆਉਣ ਵਾਲੀਆਂ ਵੀਡੀਓਜ਼ ਬਹੁਤ ਹੀ ਵਧੀਆ ਤੁਹਾਡੇ ਲਈ ਆਪਾਂ ਕੰਟੈਂਟ ਲੈ ਕੇ ਆ ਰਹੇ ਹਾਂ, ਬਹੁਤ ਮਿਹਨਤ ਦੇ ਨਾਲ। ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।